ਗਿਆਨ ਦੇ ਦਿੱਤਾ ਹੈ ਕਿ ਏਦਾਂ ਅਸੀਂ ਪ੍ਰਭੂ ਨੂੰ ਖੋਜਣਾ ਹੈ, ਭਾਲਣਾ ਹੈ। ਕਿੱਥੇ ਖੋਜਣਾ ਹੈ? ਹਿਰਦੇ ਦੇ ਵਿੱਚ। ਜਿਨ੍ਹਾਂ ਨੇ ਖੋਜਿਆ, ਢੂੰਡਿਆ ਉਸ ਪ੍ਰਭੂ ਨੂੰ, ਉਹਨਾਂ ਨੇ ਕਿੱਥੇ ਪਾ ਲਿਆ? ਸਾਹਮਣੇ। ਜਿਵੇਂ ਆਪਾਂ ਪੜ੍ਹਦੇ ਹਾਂ, ਗੁਰਮੁਖ ਢੂੰਡ ਢੁੰਡੇਂਦੇ ਆ ਹਰ ਸੱਜਣ ਲੱਦਾ, ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ। ਜੇ ਅਸੀਂ ਗੁਰ ਦਾ ਗਿਆਨ ਲੈ ਕੇ ਭਾਲਾਂਗੇ ਤੇ ਸਾਨੂੰ ਉਸ ਦਾ ਫਲ ਮਿਲੇਗਾ। ਭੱਬਾ ਭਾਲਾ ਸੇ ਫਲ ਪਾਵੇ। ਜੇ ਅਸੀਂ ਭਾਲਦੇ ਨਹੀਂ ਤੇ ਮਿਲਾਪ ਵੀ ਨਹੀਂ ਹੋਏਗਾ। ਗੁਰ ਪ੍ਰਸਾਦੀ ਜਿਨ ਕੋ ਪਉ ਪਿਆ। ਪਰ ਉਸ ਦਾ ਪਿਆਰ ਕਿਵੇਂ, ਉਹਦੇ ਅੰਦਰ ਚਾਅ ਕਿਵੇਂ ਪੈਦਾ ਹੋਇਆ? ਗੁਰ ਦਾ ਗਿਆਨ ਲੈ ਕੇ ਚਾਅ ਪੈਦਾ ਹੋ ਗਿਆ ਤੇ ਅਸੀਂ ਭਾਲਾਂਗੇ ਤੇ ਸਾਨੂੰ ਪ੍ਰਾਪਤ ਹੋਏਗਾ। ਐਸਾ ਨਹੀਂ ਕਿ ਪ੍ਰਗਟ ਨਹੀਂ ਹੋਏਗਾ, ਪਰ ਸਾਡੇ ਅੰਦਰ ਉਹ ਦੇਖੇਗਾ ਕਿਸ ਦੇ ਅੰਦਰ ਮੈਨੂੰ ਮਿਲਣ ਦੀ ਤਾਂਘ ਹੈ, ਦਰਸ਼ਨਾਂ ਦੀ ਤਾਂਘ ਹੈ, ਪਿਆਸ ਲੱਗੀ ਹੈ। ਕਿਉਂਕਿ ਅੰਮ੍ਰਿਤ ਕਿਸ ਨੂੰ ਮਿਲਦਾ ਹੈ? ਜਿਨ੍ਹਾਂ ਦੇ ਅੰਦਰ ਪਿਆਸ ਹੈ। ਅੰਮ੍ਰਿਤ ਸੇ ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਹੀ ਖਾਏ। ਮਨਮੁਖ ਫਿਰੈ ਨਾ ਚੇਤੈ ਬੂੜੈ, ਲੱਖ 84 ਫੇਰ ਪਿਆ। ਜਿਨ੍ਹਾਂ ਦੇ ਅੰਦਰ ਚਾਹ ਨਹੀਂ, ਜਿਹੜੇ ਗੁਰ ਨਹੀਂ ਲੈਂਦੇ, ਜਿਹੜੇ ਮਨਮੁਖ ਨੇ, ਮਨ ਸਮਝਾਉਂਦੇ ਨੇ, ਉਹ ਮੂਰਖ ਘੁੰਮਦੇ ਨੇ ਫਿਰ 84 ਲੱਖ ਜੂਨਾਂ ਦੇ ਵਿੱਚ, ਫੇਰ ਦੇ ਵਿੱਚ ਪੈ ਜਾਣਗੇ। ਕਿਉਂਕਿ ਉਹਨਾਂ ਨੂੰ ਮੁਕਤ ਫਲ ਨਹੀਂ ਪ੍ਰਾਪਤ ਹੋਏਗਾ। ਮਮੈ ਮੋਹ ਮਰਨ ਮਧੂਸੂਦਨ। ਫਿਰ ਇਸ ਪਾਸੇ ਉੱਪਰ ਜਿਨ੍ਹਾਂ ਨੂੰ ਇਹ ਮਧੂਸੂਦਨ ਗਿਆਨ ਕਰਵਾ ਦਿੰਦਾ ਹੈ। ਮਮੈ ਮੋਹ ਮਰਨ ਮਧੂਸੂਦਨ ਮਰਨ ਪਿਆ ਤਬ ਚੇਤਵਿਆ। ਹੁਣ ਮਨ ਦੇ ਵਿੱਚ ਮੋਹ ਫਸਿਆ ਹੈ। ਮੋਹ ਕਿਹਨੇ ਪਾਇਆ ਹੈ? ਪ੍ਰਭੂ ਨੇ। ਤੇ ਜੇ ਅੰਦਰੋਂ ਇਹ ਮੋਹ ਖਤਮ ਹੋ ਜਾਂਦਾ ਹੈ, ਮਨ ਮਰ ਜਾਂਦਾ ਹੈ। ਕਿਉਂਕਿ ਮਨ ਮਰਨ ਤੋਂ ਬਾਅਦ ਫਿਰ ਪ੍ਰਭੂ ਨੂੰ ਚੇਤਦਾ ਹੈ। ਇੱਥੇ ਮਨ ਦਾ ਮਰਨਾ ਕੀ ਹੈ? ਕਿ ਜਿਹੜਾ ਮਨ ਸਥੂਲ ਰੂਪ ਹੈ, ਉਸਨੇ ਪ੍ਰਕਾਸ਼ ਰੂਪ ਹੋਣਾ ਹੈ। ਮਨ ਦਾ ਮਰਨਾ, ਸਰੀਰ ਦਾ ਮਰਨਾ ਨਹੀਂ ਹੈ, ਮਨ ਦਾ। ਚੌਥੇ ਪਦ ਦਾ ਗਿਆਨ ਲੈਣਾ, ਗੁਰ ਦੇ ਗਿਆਨ ਦੁਆਰਾ ਮਤ ਨੂੰ ਉਲਟਾਣਾ। ਚੌਥੇ ਪਦ। ਪਰ ਸਾਨੂੰ ਇਹ ਨਾ ਗਿਆਨ ਹੋਣ ਕਰਕੇ ਅਸੀਂ ਹੋਰ ਪਾਸੇ ਤੁਰੇ ਫਿਰਦੇ ਹਾਂ। ਮਨਮੁਖ ਫਿਰੇ ਨਾ ਚੇਤਨਾ, ਕਾਇਆ ਪੀਤਰ ਅਵਰੋ ਪੜਿਆ, ਮਮਾ ਅੱਖਰ ਵਿਸਰਿਆ। ਕਿ ਅਸੀਂ ਕਾਇਆ ਦੇ ਵਿੱਚ ਆ ਕੇ ਅਸੀਂ ਹੋਰ ਪਾਸੇ ਜੁੜ ਗਏ, ਆਪਣੇ ਮਨ ਦਾ ਗਿਆਨ ਲੈਣਾ ਹੀ ਭੁੱਲ ਗਏ। ਕਿ ਮਨ ਨੂੰ ਮਾਰਨਾ ਸੀ। ਮਨ ਮਾਰੇ ਤੋਂ ਭਗਤੀ ਹੋਣੀ ਸੀ, ਲੇਕਿਨ ਮਨ ਸਰੀਰ 'ਚ ਆ ਗਿਆ। ਜਿਉਂ ਹੀ ਆਇਆ ਤੇ ਭੁੱਲ ਗਿਆ ਕਿ ਮੈਂ ਤਾਂ ਇੱਥੇ ਆਇਆ ਸੀ ਆਪਾ ਮਿਟਾ ਕੇ ਪ੍ਰਭੂ ਨੂੰ ਮਿਲਦੇ ਵਾਸਤੇ। ਆਪਾ ਗਾਉਣਾ ਸੀ, ਕਿਉਂਕਿ ਫਿਰ ਹੀ ਆਪਾਂ ਜਨਮ ਮਰਨ ਤੋਂ ਰਹਿਤ ਹੋਣਾ ਸੀ। ਉਸਨੂੰ ਕਹਿੰਦੇ ਗੁਰ ਦੇ ਗਿਆਨ ਦੁਆਰਾ ਮਰਨਾ। ਗੁਰ ਪ੍ਰਸਾਦੀ ਜੀਵਤ ਮਰੈ, ਮਰ ਜੀਵੈ ਸ਼ਬਦ ਕਮਾਏ, ਮੁਕਤ ਦੁਆਰਾ ਸੋਈ ਪਾਏ, ਜੋ ਵਿੱਚੋਂ ਆਪ ਗਵਾਏ। ਸ਼ਬਦ ਨੂੰ ਕਮਾਉਣਾ ਸੀ, ਆਪਾ ਖਤਮ ਕਰਨਾ ਸੀ, ਫਿਰ ਹੀ ਉਸਨੂੰ ਚਿਤਵਣਾ ਸੀ। ਪਰ ਕਹਿੰਦੇ ਇਹ ਭੁੱਲ ਜਾਂਦਾ ਹੈ ਜੀਵ ਕਾਇਆ 'ਚ ਆ ਕੇ, ਤੇ ਸਰੀਰ ਮਰ ਜਾਂਦਾ, ਪਰ ਸਾਨੂੰ ਮਰਨਾ ਨਹੀਂ ਹੁੰਦਾ। ਕਿਉਂਕਿ ਜਦੋਂ ਮਨ ਮਰ ਗਿਆ ਫਿਰ ਹੀ ਉਸਨੂੰ ਚੇਤਦਾ। ਮਨ ਪ੍ਰਕਾਸ਼ ਹੋ ਗਿਆ, ਪ੍ਰਕਾਸ਼ ਦੇ ਵਿੱਚ ਪ੍ਰਕਾਸ਼ ਵਸੇਗਾ, ਸਥੂਲ ਦੇ ਵਿੱਚ ਪ੍ਰਕਾਸ਼ ਨਹੀਂ ਵਸਦਾ। ਹੁਣ ਜਦੋਂ ਆ ਗਿਆਨ ਹੋ ਜਾਂਦਾ ਹੈ ਮਨ ਦਾ, ਫਿਰ ਸਾਡਾ ਜਿਹੜਾ ਧਿਆਨ ਹੈ ਇਸ ਅਵਸਥਾ 'ਚ ਵਿੱਚ अपना बंद हो जाता है। इस पासे दृष्टि जाती है, बंद हो जाता है। जईया जन्म न होवे कद ही, जेकर सच पछाण। जदों एक दृष्ट हो जाते हैं, रस्ता साडा बंद हो जाता है। एक दृष्ट चलते हाँ तो सच की पहचान हो जाती है। जदों सच नूं पहचान लिया
ਫਿਰ ਸਾਡਾ ਦੁਬਾਰਾ ਜਨਮ ਨਹੀਂ ਹੈ। ਇਸ ਨੂੰ ਜਦੋਂ ਤੁਸੀਂ ਅਭਿਆਸ ਕਰਦੇ ਧਿਆਨ ਨਾਲ ਦੇਖੋਗੇ, ਆਹ ਪਾਸਾ ਸਾਡਾ ਬੰਦ ਨਜ਼ਰ ਆਏਗਾ। ਸਿਰਫ ਅਸੀਂ ਇਸ ਪਾਸਿਓਂ ਦੇਖਦੇ, ਇਸ ਪਾਸਿਓਂ ਦੇਖਦੇ ਹਾਂ, ਇੱਕ ਦ੍ਰਿਸ਼ਟ ਹੋ ਕੇ ਆ ਬੰਦ ਹੋ ਜਾਂਦਾ ਹੈ। ਫਿਰ ਆਪਾਂ ਸੱਚ ਨੂੰ ਦੇਖ ਸਕਦੇ ਹਾਂ। ਜਦੋਂ ਆਪਾਂ ਸੱਚ ਨੂੰ ਦੇਖ ਲਿਆ, ਪਰ ਤਾਂ ਹੀ ਦੇਖਾਂਗੇ ਜੇ ਅਸੀਂ ਗਿਆਨ ਲੈਂਦੇ ਹਾਂ, ਅੰਦਰੋਂ ਮਨ ਮਰਦਾ ਹੈ, ਇੱਕ ਦ੍ਰਿਸ਼ਟ ਹੋ ਜਾਂਦਾ ਹੈ, ਫਿਰ ਆਪਾਂ ਨੂੰ ਦੁਬਾਰਾ ਜਨਮ ਦੇ ਵਿੱਚ ਨਹੀਂ ਆਉਣਾ ਪੈਂਦਾ। ਗੁਰਮੁਖ ਆਖੈ ਗੁਰਮੁਖ ਬੁਝੈ, ਗੁਰਮੁਖ ਏਕੋ ਜਾਣੇ। ਜਿਹੜੇ ਗੁਰਮੁਖ ਨੇ ਉਹ ਇਹ ਬੁੱਝ ਲੈਂਦੇ ਨੇ ਇਸ ਚੀਜ਼ ਨੂੰ, ਉਹੀ ਸਾਨੂੰ ਫਿਰ ਦੱਸਦੇ ਨੇ, ਗਿਆਨ ਦਿੰਦੇ ਨੇ, ਕਿਉਂਕਿ ਉਹਨਾਂ ਇੱਕ ਨੂੰ ਜਾਣ ਲਿਆ ਹੈ। ਤੇ ਉਹ ਸਾਨੂੰ ਇਹ ਭੇਦ ਦਿੰਦੇ ਨੇ ਇਹਨਾਂ ਅੱਖਰਾਂ ਦਾ, ਕਿਉਂਕਿ ਜਿਹੜੇ ਅੱਖਰ ਨੇ, ਜੋ ਬਾਣੀ ਲਿਖੀ ਹੈ, ਇਹ ਮਹਾਰਾਜ ਸਮਝਾਉਂਦੇ ਨੇ ਕਿ ਗੁਰਮੁਖ ਹੀ ਇਸ ਨੂੰ ਵਿਚਾਰ ਸਕਦਾ ਹੈ। ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਨਿਜ ਘਰ ਸਾਡਾ ਇੱਕ ਦ੍ਰਿਸ਼ਟ ਹੋ ਗਏ ਤੇ ਸਾਰੇ ਪਾਸੇ ਸਾਨੂੰ ਸੱਚ ਹੀ ਸੱਚ। ਹੁਣ ਰਬਣਾ ਰਾਰੇ ਰਬ ਰਹਿਆ ਸਭ ਅੰਤਰ, ਜੇਤੇ ਕੀਏ ਜੱਤਾ। ਜਦੋਂ ਪਹਿਚਾਨ ਲਿਆ ਸੱਚ ਨੂੰ, ਮਹਾਰਾਜ ਕਹਿੰਦੇ ਫਿਰ ਸਾਰਿਆਂ ਚ ਰਵਿਆ ਹੈ, ਕੋਈ ਵੀ ਉਸ ਤੋਂ ਖਾਲੀ ਨਹੀਂ। ਜਿੰਨਾ ਵੀ ਸੰਸਾਰ ਪੈਦਾ ਕੀਤਾ ਹੈ, ਸਾਰਿਆਂ ਚ ਉਸ ਦੀ ਜੋਤ ਹੈ, ਕੋਈ ਵੀ ਉਸ ਤੋਂ ਖਾਲੀ ਨਹੀਂ ਹੈ। ਜਨ ਤੋਂ ਪਾਏ ਤੰਦੈ ਸਭ ਲਾਏ, ਕਰਮ ਹੋਆ ਤਿਨ ਨਾਮ ਲੈ। ਤੇ ਉਸ ਪਤਾ ਲੱਗ ਜਾਂਦਾ ਹੈ, ਪਹਿਚਾਨ ਹੋ ਗਈ ਕਿ ਆਪ ਪ੍ਰਭੂ ਨੇ ਸਾਰਿਆਂ ਨੂੰ ਪੈਦਾ ਕੀਤਾ ਹੈ, ਆਪ ਇਹ ਤੰਦੈ ਬਣਾ ਕੇ, ਚੰਗੇ ਮਾੜੇ ਜਿਹੜੇ ਕਰਮ ਨੇ ਆਪ ਬਣਾ ਕੇ ਆਪ ਲਾਇਆ ਹੈ। ਪਰ ਜਿਨ੍ਹਾਂ ਨੂੰ ਖੁਸ਼ ਹੁੰਦਾ ਹੈ, ਉਹਨਾਂ ਨੂੰ ਫਿਰ ਇਹ ਨਾਮ ਦੇ ਨਾਲ ਜੋੜ ਲੈਂਦਾ ਹੈ। ਜਿਨ੍ਹਾਂ ਗਿਆਨ ਹੋ ਜਾਂਦਾ, ਉਹ ਸਾਰਿਆਂ ਚ ਉਸ ਨੂੰ ਦੇਖਦੇ। ਜਿਨ੍ਹਾਂ ਨੂੰ ਗਿਆਨ ਨਹੀਂ, ਉਸ ਨੂੰ ਨਹੀਂ ਦੇਖ ਸਕਦੇ। ਕਰਮ ਹੋਆ ਤਿਨਾ ਨਾਮ ਲਿਆ, ਉਹ ਫਿਰ ਇਸ ਨਾਮ ਨੂੰ ਪ੍ਰਾਪਤ ਕਰ ਲੈਂਦੇ ਨੇ। ਇਹ ਹੈ। ਹੁਣ ਆਪਾਂ ਨੂੰ ਪ੍ਰਕਾਸ਼ ਆਪਾਂ ਖਤਮ ਹੋ ਗਿਆ। ਲਾਲ ਹੀ ਲਾਲ, ਹੀਰੇ ਜੈਸਾ ਆਪਣਾ ਮੁਖ ਹੋ ਜਾਂਦਾ ਹੈ। ਇਹ ਅਵਸਥਾ ਚਲੋ ਆ ਜਾਂਦੀ ਹੈ ਕਿ ਆਪਾਂ ਹੀ ਖਤਮ ਹੋ ਗਿਆ, ਇੱਕ ਰੂਪ, ਸਾਰਾ ਮੁਖ ਹੀ ਸਾਡਾ ਲਾਲ ਹੋ ਗਿਆ। ਸਮਾਂ ਆ ਜਾਂਦਾ ਹੈ ਕਿ ਆਪਣਾ ਸਾਰਾ ਹੀ, ਜਿਸ ਤਰ੍ਹਾਂ ਆਪਾਂ ਉਹ ਅੱਖਰ ਪੜ੍ਹਦੇ ਹਾਂ ਇੰਗਲਿਸ਼ ਦਾ, ਆਹ ਰੂਪ ਸਾਡਾ ਹੋ ਜਾਂਦਾ ਹੈ, ਜਿੱਥੇ ਜਾ ਕੇ ਪ੍ਰਭੂ ਸਾਡੀ ਰਚਨਾ ਤੇ ਇੱਥੇ ਵੀ ਦੱਸਿਆ ਕਿ ਆਪਾਂ ਖਤਮ ਹੋ ਗਿਆ, ਆ ਚੀਜ਼ ਹੋ ਗਈ ਨੇੜੇ, ਸਭ ਤੋਂ ਨੇੜੇ। ਜਦੋਂ ਆਪਾਂ ਪੜਾਂਗੇ ਇਹਨਾਂ ਅੱਖਰਾਂ ਨੂੰ, ਗੁਰਬਾਣੀ ਬਹੁਤ ਖੋਲਦੀ, ਕਿਉਂਕਿ ਇੱਕੋ ਪੱਟੀ ਨਹੀਂ ਲਿਖੀ ਜਿਹੜੀ ਆਪਾਂ ਵਿਚਾਰਦੇ। ਇਹਨਾਂ ਅੱਖਰਾਂ ਤੇ ਬਹੁਤ ਬਾਣੀ ਲਿਖੀ ਹੈ। ਤੀਜੇ ਪਾਤਸ਼ਾਹ ਜੀ ਦੀ ਵੀ ਪੱਟੀ ਲਿਖੀ ਆਉਂਦੀ ਹੈ। ਉਸ ਤੋਂ ਬਾਅਦ ਬਾਬਾ ਕਬੀਰ ਜੀ ਵੀ ਇਹਨਾਂ ਅੱਖਰਾਂ ਤੇ ਲਿਖਦੇ ਨੇ। ਗੁਰੂ ਪੰਚਮ ਪਾਤਸ਼ਾਹ ਜੀ 52 ਅੱਖਰੀ ਲਿਖਦੇ ਨੇ। ਤੇ ਏਦਾਂ ਹੀ ਗੁਰੂ ਨਾਨਕ ਸਾਹਿਬ ਜੀ ਦੱਖਣੀ ਓਂਕਾਰ ਵੀ ਇਹਨਾਂ ਅੱਖਰਾਂ ਤੇ ਬਿਆਨ ਕਰ ਰਹੇ ਨੇ, ਕਿਉਂਕਿ ਅੱਖਰਾਂ ਦੇ ਉੱਤੇ ਬਹੁਤ ਬਾਣੀ ਲਿਖੀ ਹੈ। ਇੱਕ ਅੱਖਰ ਲੈ ਕੇ ਉਹਦੇ ਤੇ ਏਦਾਂ, ਜਿੱਥੇ ਆਪਾਂ ਪੜ੍ਹਦੇ ਹਾਂ, ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗਵੀਰ ਅਥਾ, ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ। ਲੱਲਾ ਤਾਕੇ ਲਵੇ ਨਾ ਕੋਈ ਇੱਕ ਆਪ, ਲੱਲਾ ਤਾਕੇ ਲਵੇ ਨਾ ਕੋ ਇੱਕ ਆਪ ਅਵਰ ਨਾ ਹੋ। ਵੀ ਉੱਥੇ ਫਿਰ ਉਹਦੇ ਨੇੜੇ ਆਮ ਜੀਵ ਨਹੀਂ ਜਾਂਦਾ। ਜਿਨ੍ਹਾਂ ਤੇ ਖੁਸ਼ ਹੁੰਦਾ ਹੈ, ਉਹਨਾਂ ਨੂੰ ਆਪਣੇ ਨੇੜੇ ਲੈ ਜਾਂਦਾ ਹੈ। ਇਹ ਲੱਲੇ ਤੇ ਲਾਲਾ ਦੀ ਨਿਆਈ, ਲਾਲਾ ਗੋਲਾ, ਜਿਨ੍ਹਾਂ ਨੂੰ ਆਪਣੇ
ਬਣਾ ਲੈਂਦਾ ਹੈ। ਹੁਣ ਸਮਝਾਉਂਦੇ ਨੇ, ਕਹਿੰਦੇ ਐਸੇ ਪ੍ਰਭੂ ਨੇ ਸਾਨੂੰ ਧੰਦੇ ਚ ਲਾਇਆ ਹੈ। ਲੱਲੇ ਲਾਏ ਧੰਦੇ ਜਿਨ ਛੋਟੀ, ਮੀਠਾ ਮਾਇਆ ਮੋਹ ਕੀਆ। ਉਸੇ ਪ੍ਰਭੂ ਨੇ ਸਾਨੂੰ ਧੰਦੇ ਚ ਲਾ ਕੇ ਇਹ ਮਾਇਆ ਦਾ ਮੋਹ ਪੈਦਾ ਕੀਤਾ ਹੈ। ਇਸ ਕਰਕੇ ਆਪਾਂ ਇਸ ਨੂੰ ਨਹੀਂ ਦੇਖਦੇ ਜੋ ਕਿ ਇੰਨਾ ਨੇੜੇ ਹੈ ਸਾਡੇ, ਕਿਉਂਕਿ ਮੋਹ ਕੱਚ ਪਾਤਾ ਮਾਇਆ ਦੇ ਵਿੱਚ। ਖਾਣਾ ਪੀਣਾ ਸਮ ਕਰ ਸਹਿਣਾ, ਭਾਣਾ ਤਾਕੇ ਹੁਕਮ ਪਿਆ। ਪਰ ਜਿਨ੍ਹਾਂ ਜੀਵਨ ਨੂੰ ਇਹ ਗਿਆਨ ਹੋ ਗਿਆ, ਇਸ ਅਵਸਥਾ ਦੇ ਵਿੱਚ ਜਾ ਕੇ ਇਹ ਜਿਹੜੀ ਸਾਰੀ ਮਾਇਆ ਹੈ, ਇਹ ਫਿਰ ਮਾਇਆ ਨਹੀਂ ਰਹਿੰਦੀ। ਫਿਰ ਜੀਵ ਨੂੰ ਇੱਕ ਸਮ ਕਰਕੇ ਰਹਿਣ ਦੀ ਇੱਕ ਅਵਸਥਾ ਪਤਾ ਚੱਲ ਜਾਂਦੀ ਹੈ। ਫਿਰ ਉਹਦੇ ਹੁਕਮ 'ਚ ਜੀਵ ਚੱਲਦਾ ਹੈ, ਚਾਹੇ ਖਾਂਦਾ ਹੈ, ਪੀਂਦਾ ਹੈ, ਦੁੱਖ ਆਉਂਦਾ, ਸੁੱਖ ਆਉਂਦਾ ਹੈ, ਸਾਰਿਆਂ ਨੂੰ ਸਮ ਕਰਕੇ ਰੱਖਣਾ ਜਾਣ ਲੈਂਦਾ ਹੈ। ਜਦੋਂ ਇਹ ਅਵਸਥਾ ਜਿਹੜੀ ਜਿੱਥੇ ਆਪਾਂ ਨੂੰ ਪੜ੍ਹਦੇ ਹਾਂ ਬਈ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ, ਉੱਥੇ ਹਰ ਇੱਕ ਚੀਜ਼ ਸਮ ਕਰਕੇ ਰਹਿਣੀ ਸਿੱਖ ਲੈਂਦੇ ਅਸੀਂ। ਦੁੱਖ ਸੁੱਖ ਸਮ ਕਰ ਲੈਣਾ, ਖੁਸ਼ੀ ਗਮੀ, ਏਦਾਂ ਹੀ ਮਾਨ ਅਪਮਾਨ, ਏਦਾਂ ਹੀ ਤੇ ਸੋਨਾ ਮਿੱਟੀ ਤੇ ਸੋਨਾ, ਮਤਲਬ ਸਾਰਾ ਕੁਝ ਸਮ ਕਰ ਲੈਣਾ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ ਨੈ ਨਿੰਦਾ ਨਾ ਉਸਤ ਜਾ ਕੇ, ਲੋਭ ਮੋਹ ਅਭਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਭਮਾਨਾ, ਆਸਾ ਮਨਸਾ ਸਗਲ ਤਿਆਗ ਕੇ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ, ਇੱਕ ਰੂਪ ਹੋ ਜਾਂਦਾ ਹੈ। ਇੱਥੇ ਫਿਰ ਸਾਨੂੰ ਮਤਲਬ ਕਹਿੰਦੇ ਉਹਦਾ ਹੁਕਮ ਵੀ ਚੰਗਾ ਹੋਇਆ, ਇਹ ਵੀ ਉਹਦੇ ਹੁਕਮ ਚ ਹੋਇਆ, ਮਾੜਾ ਹੋਇਆ ਜਿਵੇਂ ਗੁਰੂ ਸਾਹਿਬਾਂ ਨੇ ਕਿਹਾ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਗੇ, ਵੀ ਜੋ ਵੀ ਤੇਰਾ ਹੈ ਮਿੱਠਾ ਲੱਗਦਾ ਹੈ। ਤੂੰ ਦੁੱਖ ਦੇਵੇ ਉਹ ਵੀ, ਸੁੱਖ ਦੇਵੇ ਉਹ ਵੀ। ਜੇ ਮੈਨੂੰ ਹੁਣ ਇੱਥੇ ਮਾਣ ਦਿੰਦੇ ਤੁਸੀਂ, ਇਹ ਵੀ ਮੈਨੂੰ ਕੱਲ ਨੂੰ ਉੱਥੇ ਬਾਹਰ ਜਾ ਕੇ ਜੇ ਮੈਨੂੰ ਕੋਈ ਅਪਮਾਨ ਕਰ ਦੇਵੇ, ਉਹ ਵੀ ਸਮ ਕਰਕੇ ਵੀ ਹਾਂ ਉਸੇ ਦੇ ਬਾਣੇ ਦੇ ਵਿੱਚ ਹੋਇਆ ਹੈ। ਇਸ ਕਰਕੇ ਇਸ ਅਵਸਥਾ ਹੈ ਇੱਕ ਵਾਹ ਵਾਸੁਦੇਵ परमेश्वर। वो वासुदेव क्या है? परमेश्वर। एक दृष्ट, एक अवस्था, ਵੇਖਣ ਕੋ ਜਿਨ ਵੇਸ ਕੀਆ, ਉਸ ਨੂੰ ਦੇਖਣ ਨੂੰ ਜਿਹੜਾ ਵੇਸ ਕਰਦਾ ਹੈ। ਵੇਖੈ ਚਾਖੈ ਸਭ ਕਿਛ ਜਾਣੈ, ਅੰਤਰ ਬਾਹਰ ਰੱਬ। ਹੁਣ ਵੇਸ ਕਿਹੜਾ ਕਰਨਾ ਹੈ? ਦੇਖਣ ਦਾ, ਕਿਉਂਕਿ ਦੇਖਣ ਚ ਆਉਂਦਾ, ਹੋਰ ਕਾਸੇ ਦੇ ਵਿੱਚ ਨਹੀਂ ਆਉਂਦਾ। ਪਰਮੇਸ਼ਰ ਨੂੰ ਸਿਰਫ ਦੇਖ ਸਕਦੇ ਹਾਂ ਆਪਾਂ, ਦਰਸ਼ਨ ਹੀ ਕਰ ਸਕਦੇ, ਕਹਿ ਨਹੀਂ ਸਕਦੇ ਉਸ ਦੇ ਬਾਰੇ ਚ, ਲਿਖ ਨਹੀਂ ਸਕਦੇ। ਜਿਹੜੇ ਇਹ ਧਿਆਨ ਲਗਾਉਂਦੇ ਨੇ ਤੇ ਉਹ ਫਿਰ ਦੇਖ ਸਕਦੇ ਨੇ, ਉਸ ਦੇ ਆਨੰਦ ਨੂੰ ਮਾਣ ਸਕਦੇ ਨੇ ਕਿ ਹਰ ਥਾਂ ਉਹ ਰੱਬ ਰਿਹਾ ਹੈ, ਅੰਤਰ ਬਾਹਰ ਰੱਬ ਰਿਹਾ। ਹੁਣ ਸਾਡਾ ਜਿਹੜਾ ਧਿਆਨ ਹੈ ਚੌਥੇ ਚ ਨਾ ਹੋਣ ਕਰਕੇ ਅਸੀਂ ਸੰਸਾਰੀ ਚੀਜ਼ਾਂ ਦੀ ਹੀ ਹਉਮੈ ਕਰਦੇ ਹਾਂ, ਕਿਉਂਕਿ ਸਾਡੀ ਮੱਤ ਪੁੱਠੀ ਹੋਈ ਹੈ। ਅਸੀਂ 3 ਗੁਣਾ ਤੱਕ ਇੱਧਰ ਨੂੰ ਜੁੜੇ, ਇੱਧਰਲਾ ਨਹੀਂ। ਇਹਨਾਂ ਨੇੜੇ ਮਾਲਕ ਹੈ, ਪਰ ਅਸੀਂ ਹੰਕਾਰ ਦੇ ਵਿੱਚ ਹਾਂ। ਹਮਾਰਾ ਸਮਝਾਉਂਦੇ ਨੇ ਕਿ ਆ ਅਵਸਥਾ ਰਾੜੈ ਰਾੜ ਕਰੇ ਕਿਆ ਪ੍ਰਾਣੀ। ਤੂੰ ਕਾਹਦਾ ਹੰਕਾਰ ਕਰਦਾ ਸੰਸਾਰ ਦੇ ਵਿੱਚ? ਹੰਕਾਰ ਕਾਹਦਾ ਕਰਦੇ? ਧਨ ਦਾ, ਧਨ ਦੌਲਤ ਦਾ, 3 ਗੁਣਾ ਦੇ ਵਿੱਚ। ਮਤਲਬ ਕਹਿੰਦੇ ਕਾਹਦਾ ਕਰਦਾ ਤੂੰ? ਤਿਸੇ ਧਿਆਵੋ ਜੇ ਅਮਰ ਹੋਆ, ਵੀ ਉਸ ਨੂੰ ਧਿਆਓ ਤੁਸੀਂ। ਇਸ ਸੰਸਾਰ ਦਾ ਕਾਹਦਾ ਹੰਕਾਰ ਕਰਦਾ ਜਿਹਦੇ ਨਾਲ ਸਾਨੂੰ ਅਮਰ ਅਵਸਥਾ ਮਿਲਣੀ ਹੈ। ਤਿਸੇ ਧਿਆਵੋ ਸੱਚ ਸਮਾਵੋ, ਉਸ ਬਿਟੋ ਕੁਰਬਾਨ ਕੀਆ। ਵੀ ਉਹਨਾਂ ਦਾ ਦੁਆਰਾ ਜਿਹੜੇ ਉਸ ਨੂੰ ਧਿਆਉਂਦੇ ਨੇ, ਸੱਚ ਚ ਸਮਾ ਜਾਂਦੇ ਨੇ, ਉਹਨਾਂ ਦਾ ਸੰਗ ਕਰਕੇ ਆਪਾਂ
ਉਸ ਨੂੰ ਧਿਆਉਣਾ ਹੈ ਪ੍ਰਭੂ ਨੂੰ, ਕਿਉਂਕਿ ਸੰਸਾਰੀ ਵਸਤਾਂ ਸਾਡੇ ਮਨ ਦੀਆਂ ਨਹੀਂ ਹਨ। ਮਨ ਭਰਮ ਚ ਪਿਆ ਹੈ ਕਿ ਮੇਰਾ ਸਰੀਰ ਹੈ, ਮੇਰਾ ਘਰ ਹੈ, ਮੇਰਾ ਪਰਿਵਾਰ ਹੈ, ਤੇ ਮਹਾਰਾਜ ਸਮਝਾਉਂਦੇ ਇਹ ਤੇਰਾ ਨਹੀਂ ਹੈ, ਮਨ ਦਾ ਨਹੀਂ ਹੈ। ਮਨ ਦਾ ਕੌਣ ਹੈ? ਮਾਲਕ। ਮਨ ਦਾ ਮਾਤਾ ਕੌਣ ਹੈ? ਹਰੀ। ਮਨ ਦਾ ਮਾਤਾ ਕੌਣ ਹੈ? ਪਿਤਾ ਕੌਣ ਹੈ? ਹਰੀ। ਮਨ ਨੂੰ ਪਾਲਣ ਵਾਲਾ ਕੌਣ ਹੈ? ਹਰੀ। ਹਰ ਜੀ ਮਾਤਾ, ਹਰ ਜੀ पिता, हर जी प्रतिपालक। हर जी हमरी सार करे, हम हर के बारक। इस करके समझाउंदे ने भी तू, क्योंकि परमेश्वर ध्यान दे विच है, देखण दे विच है, तू उस नूं ध्या। पर किवें ध्याएगा? जेड़े सच समाए ने, जिन्हां उस नूं ध्याया, उन्हां तो ज्ञान लैके जदों गुरबान जाएगा उसते, फिर उस नूं ध्याएगा जिहदे नाल साडा मन अमर अवस्था दे विच जांदा है। हा है होर ना कोई दाता। अक्षर दो पिछे आ गए, एक हा हा। तीन अखर आपां पहला विचारे सी ऊड़ा ईड़ी सस। ऊड़ा आड़ा ना, आड़ा नहीं सी, ऊड़ा ईड़ी ससा। तीन अखर आपां पहला विचारे सी, दो अखर बाद दे विच आए ने इस पट्टी लिखी दे विच। हाहे ते है कहते दूजा नहीं कोई। जदों अपने आप को असीं जान लिया, प्रकाश रूप नूं पहचान लिया, फिर सारे कोई है। ते फिर आपां किसे तो नहीं मंगते, क्योंकि दाता कौन है? इको। हाँ है होर ना कोई दाता, जी उपाए जिन रिजक। जिन्हें सानू पैदा भी किया तो सानू रिजक भी वही दे रहा। दूजा कोई दाता नहीं संसार दे विच, क्योंकि हर एक ने मर जाना है। जिहड़ा कोई जिवें आपां समझदे हां कि असीं अपने परिवार नूं पालदे हां, बच्चिआं नूं पालदे हां, हुण एक पिता भी कई वारी मर जांदा है, बच्चे फिर भी पल जांदे ने, कईआं दे अनाथ हो जांदे, माता पिता मर जांदे, फिर भी वो पल जांदे ने। इस करके पालन हर कौन है? सारिआं नूं प्रभु। इस करके महाराज समझाउंदे ने, जनन पिता लोक सुत बनीता, कोई न किसकी तरया, सिर से रिजक संभाहे ठाकुर, काहे मन तो करया। भी तू नहीं पालदा, तू काहदा डर पैदा कीता? जिन्हों पैदा कीता प्रभु ने उहदा रिजक भी पाया है। हुण इत्थे समझा रहे, कहंदे होर दूजा नहीं है, जी उपाए जिन रिजक दिया, हर नाम त्यागो, हर नाम सुभावो, अन दिन लाहा हर नाम। इस करके उसे जिहड़ा दाता है, जिन्हें सानू पैदा कीता, उसे नूं त्यागो, उसे दे विच समाओ। अन दिन लाहा ही की है कि हरि दे नाम नूं त्यागना, उहदे च समाउना, क्योंकि ओही एक दाता है। जिथे किसी ने साडा साथ नहीं देना, सब साथ छड़ जाते, उत्थे फिर साडा साथ कौन देंदा है? आप मालिक। संग सखा सब तज गयो, को न निभेहो साथ, कहो नानक ए बिपत मैं, टेक एक रघुनाथ। फिर उत्थे उसे दी टेक काम आउंदी है, सब छड़ जाते साथ। आयड़े आप करे जिन छोटी, जो किश करना सो कर। समझाउंदे ने, जदों आकार रूप दे विच मालक किसे नूं आकार रूप दे विच ज्ञान दिता है, क्योंकि आकार रूप विच ज्ञान करवाउंदा है, पर वो अपनी मत छड्ड देवे। जदों जीव कहंदा भी मैं करदा, उदों उहनूं नहीं पाउंदा। मेरे कहंदे आपा करिया छड्ड देवे, आयड़े आप करे जिन छोटी, भी छड्ड दवे, मैं नहीं कुछ कर सकता इत्थे, जो किश करना सो कर रहा। भी जो करदा वो करदा, जे मेरे तो कुछ कराउंदा वो कराउंदा है। आपनी मत छड्ड देनी, फिर सातों आप अपने गुण गाउंदा, आप अपनी सिफत सलाह कराउंदा है। करे कराए सब किछ जाने, नानक सैर इक ज्ञान। क्योंकि वो ही जानदा, इधर का जिहड़ा ज्ञान है, इधर सारा कुछ आपां नूं नहीं पता, पर वो जदों सानूं कराउंदा है, फिर वो जानदा है सारा कुछ। इस करके समझाउंदे ने, करे कराए सब किछ जाने, नानक सैर इक।
ਵੀ ਜਿਹੜਾ ਸਾਨੂੰ ਗਿਆਨ ਦਿੰਦਾ ਉਹ ਏਦਾਂ ਸਾਨੂੰ ਦੱਸੇ ਵੀ ਮੈਂ ਨਹੀਂ ਕੁਛ ਕਰਦਾ, ਮੈਂ ਤਾਂ ਆਪਾ ਛੱਡਿਆ ਹੈ, ਆਪਣੀ ਮਤ ਛੱਡੀ ਹੈ, ਆਪਾਂ ਉਸ ਨੂੰ ਸਮਰਪਿਤ ਕੀਤਾ ਹੈ ਪ੍ਰਭੂ ਨੂੰ। ਹੁਣ ਜੋ ਕੁਛ ਮੇਰੇ ਤੋਂ ਕਰਾ ਰਿਹਾ ਹੈ, ਜੋ ਮੇਰੇ ਤੋਂ ਗਿਆਨ ਦਵਾ ਰਿਹਾ ਹੈ, ਜੋ ਬੁਲਾ ਰਿਹਾ ਹੈ, ਕੌਣ ਬੁਲਾਉਂਦਾ ਹੈ? ਆਪ। ਐਸਾ ਫਿਰ ਸ਼ਹਿਰ ਜਿਹੜਾ ਹੈ ਉਸ ਪ੍ਰਭੂ ਦੇ ਉਹਦੇ ਦੁਆਰਾ ਪ੍ਰਭੂ ਆਪ ਆਪਣੇ ਗੁਣ ਗਵਾਉਂਦਾ ਹੈ। ਕਿਉਂਕਿ ਜਦ ਆਪਾਂ ਕਹਾਂਗੇ ਵੀ ਮੈਂ ਕਰਦਾ ਹਾਂ, ਜੇ ਮੈਂ ਤੁਹਾਨੂੰ ਕਹਾਂ ਵੀ ਮੈਂ ਤੁਹਾਨੂੰ ਇਹ ਸੁਣਾ ਰਿਹਾ ਹਾਂ, ਮੇਰਾ ਗਿਆਨ ਹੈ, ਤੇ ਮਹਾਰਾਜ ਮੈਨੂੰ ਹੀ ਪਹਿਲਾਂ ਜੂਨਾ ਚ ਭੇਜ ਦੇਣਗੇ। ਜਬ ਇਹ ਜਾਨਣਾ ਮੈਂ ਕਿਛ ਕਰਦਾ ਤਬ ਲਾ ਗਰਭ ਜੋਨ ਮੈਂ ਫਿਰਦਾ। ਜੇ ਮੈਂ ਕਹਾ ਮੇਰੇ ਤੇ ਕੁਛ ਹੋਇਆ, ਮੈਂ खुद ही परम च पड़ गया। जब यह जानना मुझ ते किश हुआ बाध्यो जो नीलीनी परम सुआ। जहाँ जानो भगत ज्ञानी, जे मैं कहा मैं भगत हाँ, मैं ज्ञानी हाँ, आगे ठाकुर तिल नहीं मानी। जो जानना मैं कथ नहीं करता व्यापारी बसता जो। जे मैं कहा मैं कथा करता हाँ, मैं कहने व्यापारी बनया संसार फिरदा माया दा। साध संग जे हम मैं मारी नानक ताको मिले बनाई। ਹੁਣ ਸਾਧੂ ਦੀ ਰਸਨਾ ਤੇ ਆਪ, ਸਾਧੂ ਦੇ ਹਿਰਦੇ ਚ ਆਪ, ਉਹਨਾਂ ਦਾ ਸੰਗ ਕਰਕੇ ਜੇ ਅਸੀਂ ਆਪਣੇ ਮਨ ਨੂੰ ਇੱਕ ਦ੍ਰਿਸ਼ਟ ਕਰ ਲਵਾਂਗੇ, ਹਉਮੈ ਮਾਰ ਲਵਾਂਗੇ, ਉਸੇ ਨੂੰ ਮਾਲਕ ਮਿਲਦਾ ਹੈ, ਆਪਣੀ ਮਤ ਦੁਆਰਾ ਨਹੀਂ ਮਿਲਦਾ। ਇਸ ਕਰਕੇ ਆਪਾਂ ਸਾਰੀ ਬਾਣੀ ਪੜ੍ਹ ਲਓ, ਗੁਰੂ ਸਾਹਿਬਾਨਾਂ ਦੀ ਹੋਰ ਜੋ ਵੀ ਬਾਣੀ ਪੜ੍ਹ ਲਓ, ਉਹ ਕਹਿਣਗੇ ਵੀ ਅਸੀਂ ਨਹੀਂ ਕੁਛ ਕੀਤਾ, ਅਸੀਂ ਕਰ ਹੀ ਨਹੀਂ ਸਕਦੇ। ਤੇਰੇ ਬਾਰੇ ਅਸੀਂ ਜਾਣਦੇ, ਇਸ ਤਿਲ ਤੇਰੀ ਵਡਿਆਈ, ਇਹ ਤੇ ਕੁਕਰ ਹੋ ਬੇਗਾਨਾ, ਕੌਂਕਾ ਇਸ ਤਨ ਤਾਈ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ। ਮੈਂ ਨਹੀਂ ਤੈਨੂੰ ਕਰ ਸਕਦਾ, ਜੇ ਤੈਨੂੰ ਪਾਉਂਦਾ ਉਹ ਆਖਦਾ ਹਾਂ, ਕਿਉਂਕਿ ਉਹ ਤੂੰ ਅਪਵਾਉਂਦਾ ਹੈ। ਉਹ ਵੀ ਕਿੰਨਾ ਇੱਕ ਤਿਲ ਜਿੰਨੀ ਤੇਰੀ ਵਡਿਆਈ ਮੈਂ ਕਰ ਸਕਦਾ ਹਾਂ। ਇੰਨੀ ਵੀ ਆਪਾਂ ਉਸ ਦੀ ਸਾਰੀ ਵਡਿਆਈ ਜਿੰਨੀ ਕਰਾਉਂਦਾ ਹੈ, ਤਿਲ ਜਿੰਨੀ ਵਡਿਆਈ ਹੀ ਅਸੀਂ ਉਸ ਦੀ ਕਰ ਸਕਦੇ ਹਾਂ। ਭਗਤ ਹੀ ਨਾਨਕ ਜੇ ਹੋਏਗਾ ਤਾਂ ਖਸਮੇ ਨਾ ਨਾ ਜਾਏ। ਪਰ ਜਿਹੜਾ ਭਗਤੀ ਨਹੀਂ ਕਰਦਾ, ਭਗਤੀ ਤੋਂ ਹੀਣਾ ਹੈ, ਉਸ ਪ੍ਰਭੂ ਤੱਕ ਵੀ ਨਹੀਂ ਪਹੁੰਚ ਸਕਦਾ, ਉਸ ਨੂੰ ਸਮਰਪਿਤ ਵੀ ਨਹੀਂ ਕਰ ਸਕਦਾ, ਤੇ ਫਿਰ ਉਹ ਸਾਡੇ ਚ ਵਸ ਕੇ ਸਾਤੋਂ ਗਿਆਨ ਵੀ ਨਹੀਂ ਕਰਵਾ ਸਕਦਾ। ਇਹ ਸਾਰਾ ਜਿਹੜਾ ਹੈ ਗੁਰਮੁਖੀ ਦੇ ਵਿੱਚ ਪੱਟੀ ਲਿਖੀ ਜਿਹੜੀ ਬਾਣੀ ਹੈ, ਇਹ ਸਾਰਾ ਧਿਆਨ ਮਾਰਗ ਹੈ। ਅਸੀਂ ਇੱਧਰ ਨੂੰ ਚੱਲਦੇ ਹਾਂ, ਜਿਵੇਂ ਆਪਾਂ ਲਿਖਦੇ ਹਾਂ, ਜਿਹੜੇ ਅੱਖਰ ਗੁਰਮੁਖੀ ਦੇ ਆਪਾਂ ਲਿਖਦੇ ਬਾਣੀ ਆ ਤਿੰਨ ਹੈ, ਲੇਕਿਨ ਅਸੀਂ ਕਿੱਥੇ ਜਾਣਾ ਹੁੰਦਾ? ਇਸ ਪਾਸੇ। ਐ ਸਾਡੀ ਮਤ ਪੱਟ ਜਾਂਦੀ ਹੈ। ਇੱਧਰ ਤੋਂ ਤ੍ਰੈ ਗੁਣਾ ਤੋਂ ਜਦੋਂ ਅਸੀਂ ਚੌਥੇ ਪਦ ਵਿੱਚ ਜਾਂਦੇ ਹਾਂ, ਸਾਡੀ ਮਤ ਪਲਟ ਜਾਂਦੀ ਹੈ, ਉੱਤੇ ਜੁੜ ਜਾਂਦੇ। ਤਾਂ ਥੱਲੇ ਜੁੜੇ ਸੀ, ਆ ਪੜਦਾ ਸੀ, ਇੱਧਰ ਨੂੰ ਮਤ ਪਲਟ ਜਾਂਦੀ। ਫਿਰ ਆਪਾਂ ਚੱਲਦੇ ਹਾਂ, ਆਪਣੇ ਆਪ ਨੂੰ ਦੇਖਦੇ ਹਾਂ, ਇੱਧਰ ਨੂੰ ਦੇਖਣਾ ਸ਼ੁਰੂ ਕਰਦੇ ਹਾਂ। ਇੱਦਾਂ ਵਾਸਾ ਹੋ ਜਾਂਦਾ ਸਾਡਾ, ਕਿਉਂਕਿ ਆ ਜਿਹੜੀ ਹੈ ਇੱਥੇ ਆਪਾਂ ਭੁੱਲੇ ਹਾਂ। ਪਰ ਇਹ ਕਹਿੰਦੇ ਆ ਛੱਡ ਦੋ ਮਤ, ਜਿਹੜੇ ਉਸ ਪ੍ਰਭੂ ਦੇ ਗਾਉਂਦੇ ਨੇ ਉਹਨਾਂ ਦੁਆਰਾ ਆਪਣੀ ਮਤ ਨੂੰ ਉਲਟੀ ਕਰ ਲੋ ਤੇ ਸਾਹਮਣੇ ਮਾਲਕ ਪ੍ਰਗਟ ਹੋ ਜਾਏ। ਫਿਰ ਉਸ ਨੂੰ ਧਿਆਵਾਂਗੇ, ਉਸ ਦੀ ਸੇਵਾ ਕਰਾਂਗੇ। ਸੋ ਆਓ ਗੁਰਮੁਖ ਪਿਆਰਿਓ, ਟਾਈਮ ਹੋ ਗਿਆ ਆਪਣਾ। ਹਾਂ, ਆਓ ਆਪਾਂ ਥੋੜਾ ਨਾਲ ਦਾ ਅਭਿਆਸ ਕਰੀਏ ਤੇ ਇਸ ਨੂੰ ਵਿਚਾਰ ਕੇ ਪੜ੍ਹਨਾ, ਕਿਉਂਕਿ ਅੱਖਰਾਂ ਦੇ ਵਿੱਚ, ਸ਼ਬਦਾਂ ਦੇ ਵਿੱਚ ਭੇਦ ਹੈ। ਸ਼ਬਦਾਂ ਨੂੰ ਆਪਾਂ ਪਹਿਚਾਨਣਾ ਹੈ। ਆਪਾਂ ਪੜ੍ਹਦੇ ਹਾਂ, ਸ਼ਬਦਾਂ ਨੂੰ ਖੋਜਦੇ ਨਹੀਂ। जो प्रभु ਨੂੰ ਮਿਲਣਾ, ਉਸ ਸ਼ਬਦ ਨੂੰ ਖੋਜਣਾ ਪਏਗਾ। ਜੋ ਪ੍ਰਭੂ ਕੋ ਮਿਲਬੋ ਚਾਹੇ खोज शब्द में ले, खोजना पड़ेगा। पढ़िया ना ही भेद बुझिया पावना, बुझना है। इन अखरां नूं बुझांगे, मारे कहते शब्दा माहे वखाणी है, विरला का बूझा कोई भी, विरले इस नूं बुझदे ने। तुहानूं ये सारा महसूस होएगा जे आपां चलांगे, अपने मन नूं अरेन करांगे। दूजे नूं मारे कहते रारा रोस ना करिए काहू,
कट हाँ। रारा और जाइए सम करिए। कोई नवा भी हैगा जो नवा आया कोई जीव, कोई नवा तो नहीं है। ਆਪਾਂ ਅਭਿਆਸ ਜਿਹੜਾ ਕਰਨਾ ਨਾ, ਜਿਹੜਾ ਹੁਣ ਅਭਿਆਸ ਕਰਦੇ ਹਾਂ, ਇੱਕ ਦ੍ਰਿਸ਼ਟ ਹੋ ਕੇ ਧਿਆਉਣਾ ਹੈ, ਕਿਉਂਕਿ ਪਰਮੇਸ਼ਰ ਧਿਆਉਣ ਦੇ ਵਿੱਚ ਆ ਧਿਆਨ ਲਗਾਉਂਦੇ ਹਾਂ ਆਪਾਂ। ਇੱਕ ਦ੍ਰਿਸ਼ਟ ਹੋ ਕੇ ਦੋ ਨੇਤਰਾਂ ਨੂੰ ਇਸ ਪੁਆਇੰਟ ਤੇ ਸਮ ਕਰਦੇ, ਇਧਰੋਂ ਇਧਰ ਨੂੰ ਧਿਆਨ ਸਾਹਮਣੇ। ਇੱਕ ਦ੍ਰਿਸ਼ਟ ਹੋਣਾ। ਇੱਕ ਦ੍ਰਿਸ਼ਟ ਤਾਂ ਕੀ ਹੁੰਦਾ ਕਿ ਆਪਾਂ ਇੱਥੇ ਜਦੋਂ ਦੇਖਾਂਗੇ ਆਪਾਂ ਇਹ ਦੇਖਣਾ ਵੀ ਸਾਨੂੰ ਨੱਕ ਦਿਸਦਾ ਜਾਂ ਨਹੀਂ। ਜਦ ਆਪਾਂ ਇੱਕ ਦ੍ਰਿਸ਼ਟ ਹੋਵਾਂਗੇ ਆਪਾਂ ਨੂੰ ਨੱਕ ਨਹੀਂ ਦਿਸੇਗਾ। ਜੋ ਦੋ ਦ੍ਰਿਸ਼ਟ ਹੋਵਾਂਗੇ ਨੱਕ ਦਿਸੇਗਾ। ਜਿੰਨੀ ਦੇਰ ਆਪਾਂ ਨੱਕ ਦਿਸਦਾ, ਦੋ ਦ੍ਰਿਸ਼ਟ ਆਪਾਂ ਧਿਆਨ ਨਹੀਂ ਸਕਦੇ ਉਸ ਨੂੰ, ਕਿਉਂਕਿ ਇੱਕ ਹੋਣਾ। ਇੱਧਰਲਾ ਧਿਆਨ ਸਾਡਾ ਸਾਰਾ ਹੀ ਇਹ ਨੇਤਰ ਨੇ ਇਹ ਚਾਉਣਾ। ਇੱਕ ਦ੍ਰਿਸ਼ਟ ਤਾਂ ਹੈ ਵੀ ਇੱਧਰ ਨੇਤਰ ਸਾਡਾ ਬੰਦ ਹੋ ਜਾਂਦਾ, ਇਸ ਰਸਤੇ ਨੂੰ ਚੱਲਣਾ ਆਪਾਂ ਨੇ। ਸੋ ਆਓ ਤੁਸੀਂ ਦੇਖੋ ਵੀ ਤੁਹਾਨੂੰ ਨੱਕ ਦਿਸਦਾ, ਦਿਸਦਾ ਕਿਸ ਪਾਸੇ ਦਿਸਦਾ? ਦੋਨਾਂ ਪਾਸੇ ਦਿਸਦਾ। ਹਾਂ, ਆਪਾਂ ਇੱਕ ਧਿਆਨ ਲਗਾਵਾਂਗੇ ਏਦਾਂ ਜਿਵੇਂ ਤੁਹਾਨੂੰ ਦੱਸਿਆ, ਤੇ ਫਿਰ ਆਪਾਂ ਬਾਅਦ ਚ ਦੇਖਾਂਗੇ ਕਿ ਜਦੋਂ ਧਿਆਨ ਲਾਵਾਂਗੇ ਵਿਸ਼ਵਾਸ ਨਾਲ ਲਗਾਉਣਾ, ਉਹ ਸਾਨੂੰ ਇੱਕ ਦ੍ਰਿਸ਼ਟ ਕਰ ਦੇਗਾ। ਪਰਮੇਸ਼ਰ ਇੱਕ ਦ੍ਰਿਸ਼ਟ ਕਰ ਦੇਗਾ, ਫਿਰ ਹੀ ਆਪਾਂ ਇਸ ਮਾਰਗ ਤੇ ਚੱਲਦੇ। ਇੱਕ ਦ੍ਰਿਸ਼ਟ ਹੋ ਕੇ ਆਪਣੇ ਆਪ ਨੂੰ ਪਹਿਚਾਨ, ਆਪਣੇ ਆਪ ਨੂੰ ਪਹਿਚਾਨ ਲਵਾਂਗੇ ਤੇ ਅਸੀਂ ਪਰਮੇਸ਼ਰ ਨੂੰ ਪਹਿਚਾਨ। ਕਿਵੇਂ ਲਾਉਣਾ? ਪਹਿਲਾਂ ਇੱਥੇ ਦੇਖਾਂਗੇ ਜਿਵੇਂ ਹੁਣ ਦੇਖਿਆ ਸੀ। ਇੱਥੋਂ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਆਓ, ਇੱਥੋਂ ਸਾਹਮਣੇ ਦੇਖਣਾ ਹੈ। ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਆਓ। ਆਪਾਂ ਪਲਕਾਂ ਉੱਤੇ ਝੁਕ, ਫਿਰ ਜਦੋਂ ਆਵਾਜ਼ ਦੇਵਾਂਗਾ ਕਿ ਸਾਹਮਣੇ, ਫਿਰ ਵਾਪਸ ਸਾਹਮਣੇ, ਫਿਰ ਜਦੋਂ ਕਹਾਂਗਾ ਸਮ ਕਰੋ, ਫਿਰ ਇਸ ਵਿੱਚ ਆ ਧਿਆਨ ਮਾਰਨਾ ਆਪਣਾ ਇੱਥੋਂ ਸਮ ਕਰਕੇ। ਆਓ ਕਰੀਏ। ਆਓ ਪਹਿਲਾਂ ਨੱਕ ਤੇ सामने लेके होते हैं। मस्तक दे सामने ले जो पलकों ते चुक, फिर सामने लेके आओ। फिर नक से सम करके देखो।
देखो दिसनों हट गया नक। परछाई जी दिसती है किस पासों? खब्बे पासे। ठीक। हुण आपां ध्यान लगाना, ये जिहड़ी परछाई ये साफ हो जानी है, ध्यान ना साफ, फिर ये पासा अपना पासा इस पासे ध्यान। आओ हुण आपां किवें ध्याना है, पहला इत्थे फिर नीचे लैके जावांगे, जिहड़ा थल्ले पासे दिशा इस तो थोड़ा उपर देखना आपां, उत्थे सानू प्रकाश अनुभव होना शुरू हो जाएगा, पानी की तरह हलचल अनुभव होनी शुरू हो जाएगी। आओ करिए, आओ नक ते सम करिए पहला। नीचे ले जाओ ध्यान, बिल्कुल रिलैक्स देखना। फिर सम करके देखिए अपने आप को, फिर नक ते सम करके अपने आप को देखिए। फिर नीचे ले जाओ जी ध्यान।
नीचे ले जाओ ध्यान, बिल्कुल रिलैक्स। सम करके देखिए फिर अपने आप को। फिर नीचे ले जाओ ध्यान,
सामने लेके आइए ध्यान। मस्तक दे सामने ले जाओ, फिर पलकों उत्ते चुको। फिर सामने लेके हो जाए। नीचे ले जाओ जी। और सम करके देखिए अपने आप को।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਧਿਆਨ ਦਾ ਜਿਹੜਾ ਮਾਰਗ ਹੈ, ਨੇੜੇ ਦੇਖਣਾ, ਉਸ ਨੂੰ ਮਨ ਨੂੰ ਨੀਵਾਂ ਰੱਖਣਾ। ਕਿ ਮਨ ਨੇਤਰਾਂ 'ਚ ਹੈ। ਮਨ ਜਦੋਂ ਆਪਾਂ ਦੂਜਿਆਂ ਦੀ ਰੇਨ ਕਰਾਂਗੇ, ਮਰ ਸਮਝਾਉਂਦੇ ਨੇ, ਰਾਰਾ ਰੇਨ ਹੋਤ ਸਭ ਜਾ ਕੀ, ਤਾਜ ਅਭਮਾਨ ਛੁੱਟੇ ਤੇਰੀ ਬਾਕੀ। ਰਣ ਦਰਗਹਿ ਤੋਂ ਸੀਜੇ ਭਾਈ, ਜੋ ਗੁਰਮੁਖ ਰਾਮ ਨਾਮ ਲਿਵ ਲਾਈ। ਦਰਗਾਹ ਦੀ ਸੋਝੀ ਜਦੋਂ ਅਸੀਂ ਲਿਵ ਜੋੜਦੇ ਹਾਂ, ਫਿਰ ਸਾਨੂੰ ਪਤਾ ਚੱਲਦਾ ਹੈ। ਇਸ ਕਰਕੇ ਮਨ ਨੂੰ ਨੀਵਾਂ ਦੇਖਣਾ ਹੈ। ਜਿੰਨੇ ਕੀਤੇ ਪਾਪ ਨੇ ਸਾਡੇ ਖਤਮ ਹੋ ਜਾਂਦੇ ਨੇ। ਹਉਮੈ ਖਤਮ ਹੋ ਜਾਏਗੀ। ਹਉਮੈ ਖਤਮ ਹੋ ਗਈ, ਮਨ ਮਰ ਗਿਆ, ਮਨ ਦਾ ਲੇਖਾ ਵੀ ਖਤਮ ਹੋ ਗਿਆ, ਕਿਉਂਕਿ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਨੂੰ ਕੋਈ ਪਕੜ ਨਹੀਂ ਸਕਦਾ, ਅਸਤੂਲ ਨੂੰ ਪਕੜ ਸਕਦੇ ਨੇ। ਇਸ ਕਰਕੇ ਸਾਡਾ ਲੇਖਾ ਹੀ ਖਤਮ ਹੋ ਜਾਂਦਾ। ਇਸ ਪਾਸੇ ਜਮ ਮਾਰਗ ਹੈ, ਇਹ ਜਮ ਮਾਰਗ ਹੀ ਸਾਡਾ ਬੰਦ ਹੋ ਜਾਂਦਾ ਹੈ, ਕਿਉਂਕਿ ਆਪਾਂ ਕਿਸ ਰਸਤੇ ਚੱਲ ਪਏ? ਲਿਵ ਮਾਰਗ। ਇੱਧਰ ਗੋਬਿੰਦ ਮਾਰਗ ਹੈ, ਇੱਧਰ ਜਮ ਮਾਰਗ, ਇੱਧਰ ਰਾਖਸ਼ਾਂ ਦਾ ਵਾਸਾ ਹੈ ਸਾਡਾ। ਅਸੀਂ ਜਮ ਮਾਰਗ ਹੀ ਛੱਡ ਦਿੱਤਾ। ਅਸੀਂ ਕਿਹੜੇ ਪਾਸੇ? ਗੋਬਿੰਦ ਮਾਰਗ ਤੇ ਚੱਲ ਪਏ। ਧਿਆਨ ਦੇ ਨਾਲ ਮੁਖ ਪ੍ਰਕਾਸ਼ ਹੋ ਜਾਏਗਾ, ਉਜਲ ਹੋ ਜਾਏਗਾ, ਤੇ ਆਪਾਂ ਦਰਗਾਹ ਦੇ ਵਾਸੀ ਹੋ ਜਾਂਦੇ ਹਾਂ। ਆਪਾਂ ਤੇ ਪ੍ਰਭੂ ਨੂੰ ਦੇਖਾਂਗੇ ਇੱਕ ਰੂਪ। ਆਪਣੇ ਤੇ ਉਹਦੇ ਵਿੱਚ ਕੋਈ ਫਰਕ ਸਾਨੂੰ ਨਜ਼ਰ ਨਹੀਂ ਆਏਗਾ। ਆਪਾਂ ਇੱਕ ਛੋਟੇ ਹਾਂ, ਉਹ ਬਹੁਤ ਵੱਡਾ ਹੈ, ਬੇਅੰਤ ਹੈ। ਜਿਵੇਂ ਇੱਕ ਬੂੰਦ ਤੇ ਸਾਗਰ, ਬੂੰਦ ਸਾਗਰ 'ਚ ਮਿਲ ਕੇ ਸਾਗਰ ਰੂਪ ਹੋ ਜਾਂਦੀ ਹੈ, ਏਦਾਂ ਪਹੁੰਚ ਸਮਾ ਕੇ ਉਹਦਾ ਰੂਪ ਹੋ ਜਾਂਦੇ ਹਨ। ਸੋ ਗੁਰੂ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।